सत श्री अकाल, मैं रीनाती मान। तुसीं देख रहे हो D5 चैनल पंजाबी ते लैके हाज़र हां पंजाब बुलेटिन। सब तो पहला एक नज़र मारांगे अज दीआं अहम सुर्खियां ते। श्री अकाल तख्त साहिब दे जथेदार ज्ञानी हरप्रीत सिंह ने सिख कौम दे नाम संदेश कीता जारी। मुड़ कीती मॉडर्न हथियारां दी गल। घल्लूघारा दिवस मौके पहुंचे सिमरनजीत सिंह मान। हवारा नूं बनाया जावे श्री अकाल तख्त साहिब दा जथेदार, कही गल। सिद्धू मूसेवाला कतल मामले च पुलिस वालों जांच लगातार जारी। 10 शार्प शूटरां दी होई पहचान। हुण खबरां विस्तार नाल। गल करांगे कि अज घल्लूघारा दिवस मौके श्री अकाल तख्त साहिब दे कार्यकारी जथेदार ज्ञानी हरप्रीत सिंह ने सिख कौम दे नाम ते संदेश जारी किया, जिस दे विच उन्होंने मुड़ तो मॉडर्न हथियारां दी गल कीती है। साका नीला तारा दी वरसी मौके अकाल तख्त साहिब दे जथेदार ने फिर मॉडर्न हथियारां दी गल दोहराई है। श्री अकाल तख्त साहिब तो कौम दे नाम संदेश दिंदियां उन्होंने कहा कि गुरुद्वारिਆਂ ਦੇ ਵਿੱਚ ਗੱਤਕਾ ਅਕੈਡਮੀਆਂ ਦੇ ਨਾਲ ਸ਼ੂਟਿੰਗ ਰੇਂਜ ਸਥਾਪਿਤ ਕੀਤੀਆਂ ਜਾਣ। ਇਹ ਟ੍ਰੇਨਿੰਗ ਲੁਕ ਛਿਪ ਕੇ ਨਹੀਂ, ਖੁੱਲ੍ਹੇਆਮ ਦੇਵਾਂਗੇ। ਸਾਕਾ ਨੀਲਾ ਤਾਰਾ ਦੀ ਵਰਸੀ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਤੇ ਇਹ ਸੰਦੇਸ਼ ਜਾਰੀ ਕੀਤਾ। ਅੱਜ ਗੱਤਕਾ ਅਕੈਡਮੀਆਂ ਤੇ ਗੱਤਕੇ ਅਖਾੜੇ ਜਿਹੜੇ ਨੇ ਸਾਡੀਆਂ ਸੰਸਥਾਵਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਕਾਇਮ ਕਰਨ ਔਰ ਮਾਡਰਨ ਜਿਹੜੇ ਨੇ शस्त्र अभ्यास के केंद्र जिन्होंने शूटिंग रेंजा कहते हैं वो भी कायम कीतियां जान, कोई हरज नहीं है। साध संगत जी जेडे दूसरे लोग है वो लुक छिप के जेडे है अपने लोगों को हथियारों की ट्रेनिंग दे रहे हैं, शस्त्रां की ट्रेनिंग दे रहे हैं। असी लुक छिप के नहीं देंगे, असी शरेआम देंगे, खुलेआम देंगे। अज वक्त आ गया, असी इकट्ठे होइए, ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਸ਼ਸਤਰ ਅਭਿਆਸ ਵਾਲੇ ਪਾਸੇ ਲਾਈਏ, ਬਾਣੀ ਦੇ ਅਧਿਐਨ ਵਾਲੇ ਪਾਸੇ ਲਾਈਏ ਔਰ ਵਿਦਿਆ ਦੇ ਲਈ ਉਹਨਾਂ ਨੂੰ ਇੰਨਾ ਪ੍ਰਬੀਨ ਕਰ ਦਈਏ ਕਿ ਸਾਡੇ ਸਿੱਖ ਨੌਜਵਾਨ ਜਿਹੜੇ ਮੁਲਕ ਦੇ ਵਿੱਚ ਵੀ ਜਾਣ, ਯਹੂਦੀਆਂ ਵਾਂਗੂ ਉਹਨਾਂ ਦੀ ਇਕਨੋਮੀ ਨੂੰ ਜਿਹੜਾ ਹੈ ਉਹ ਕਾਬੂ ਕਰ ਲੈਣ। ਜਦੋਂ ਸਾਡੇ ਨੌਜਵਾਨ ਇਸ ਕਾਬਲ ਬਣ ਗਏ ਕਿ ਦੁਨੀਆ ਦੇ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਇਕਨੋਮੀਆਂ ਦਬ ਲਈਆਂ ਤੇ ਸਾਡਾ ਰਾਜ ਜਿਹੜਾ ਹੈ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕੂਗੀ। सचखंड श्री हरमंदर साहब, श्री दरबार साहब, श्री अकाल तख्त साहब ते जिन्हें भी हमला किया वो बर्बाद होया है। जिहड़ी पार्टी ने हमला किया वो बर्बाद होया है और जिहड़े मुल्क ने साथ दिता रशिया वर्गा उन्होंने एक निक्के जे मुल्क ने जिहड़ा वाणी पा रखिया है। और जिन्ना चिर पंथ की शरण दे विच आके सीस नहीं झुकाउंदे रशिया वर्गे, इन्हों टुटनों कोई नहीं बचा सकता, इन्हों डुबनों कोई नहीं बचा सकता और इन्हों मरनों कोई नहीं बचा सकता है। ये गुरु नानक साहब का दर है, गुरु नानक साहब का घर है। ਅੱਜ ਸਾਕਾ ਨੀਲਾ ਤਾਰਾ ਦੀ ਵਰਸੀ ਸੀ ਅਤੇ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਦੇ ਭੋਗ ਪਾਏ ਗਏ। ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ। ਅਕਾਲ ਤਖਤ ਸਾਹਿਬ ਦੇ ਬਾਹਰ ਸ਼ਰਧਾਂਜਲੀ ਮਾਰਚ ਵੀ ਕੱਢਿਆ ਗਿਆ ਤੇ ਸੰਗਤਾਂ ਦਾ ਭਾਰੀ ਇਕੱਠ ਹੋਇਆ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ, D5 ਚੈਨਲ ਪੰਜਾਬੀ। ਅੰਮ੍ਰਿਤਸਰ ਦੇ ਵਿੱਚ ਘੱਲੂਘਾਰਾ ਦਿਵਸ ਮੌਕੇ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਬਾਦਲ ਪਰਿਵਾਰ ਤੇ ਨਿਸ਼ਾਨੇ ਸਾਧੇ, ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣਾ ਚਾਹੀਦਾ ਹੈ। ਘੱਲੂਘਾਰਾ ਦਿਵਸ ਮੌਕੇ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਸਿੱਧੇ ਤੌਰ ਤੇ ਨਿਸ਼ਾਨੇ ਸਾਧੇ ਨੇ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਜਾਣਾ ਚਾਹੀਦਾ ਹੈ ਤੇ ਦਮਦਮੀ ਟਕਸਾਲ ਦਾ ਪ੍ਰਧਾਨ ਲਾਹੌਰੀਆ ਨੂੰ ਬਣਾਇਆ ਜਾਵੇ। ਇਸ ਦੇ ਨਾਲ ਹੋਰ ਕੀ ਕੁਝ ਕਿਹਾ ਸਿਮਰਨਜੀਤ ਸਿੰਘ ਮਾਨ ਨੇ, ਆਓ ਸੁਣਦੇ ਹਾਂ। ਇਸ ਕਰਕੇ ਸਾਡੀ ਪਾਰਟੀ ਕਹਿੰਦੀ ਹੈ ਕਿ ਜਿਹੜੀ SGPC ਦੀ ਪ੍ਰਧਾਨਗੀ ਹੈ ਧਾਮੀ ਸਾਹਿਬ ਤੁਸੀਂ ਇਹਨੂੰ ਛੱਡ ਕੇ ਹਵਾਰਾ ਸਾਹਿਬ ਨੂੰ, ਭੁੱਲਰ ਨੂੰ SGPC ਦਾ ਪ੍ਰਧਾਨ ਬਣਾਓ, ਅਕਾਲ ਤਖਤ ਦਾ ਜਥੇਦਾਰ ਹਵਾਰਾ ਸਾਹਿਬ ਬਣਾਓ, ਜਿਹੜਾ ਸਰਬੱਤ ਖਾਲਸੇ ਦੇ ਵਿੱਚ ਐਲਾਨ ਹੋ ਗਿਆ ਸੀ, ਔਰ ਦਮਦਮੀ ਟਕਸਾਲ ਦਾ ਪ੍ਰਧਾਨ ਆਪਣਾ ਲਾਹੌਰੀਆ ਸਾਹਿਬ ਜਿਹੜਾ 30 ਸਾਲ ਜੇਲ੍ਹ ਕੱਟ ਕੇ ਆਇਆ ਉਸ ਨੂੰ ਦਮਦਮੀ ਸਾਲ ਦਾ ਜਥੇਦਾਰ ਬਣਾਇਆ ਜਾਵੇ। ਹੁਣ ਪਿੱਛੇ ਨਾ ਹਟਿਓ। ਧੁੰਮਾ ਸਾਹਿਬ, ਸੁਖਬੀਰ ਸਿੰਘ ਜੀ, ਧਾਮੀ ਸਾਹਿਬ ਜੀ, ਚੰਦੂ ਮਾਜਰਾ ਜੀ,
ਭੁੰਦੜ ਸਾਹਿਬ, ਤੁਸੀਂ ਬੰਦੀਆਂ ਦੀ ਗੱਲ ਕਰਨ ਆਏ ਹੋ। ਹੁਣ ਜਿਹੜੀ ਕੌਮ ਦੀ ਆਵਾਜ਼ ਹੈ ਕਿ ਬੰਦੀਆਂ ਨੂੰ SCPC ਦਮਦਮੀ ਟਕਸਾਲ ਤਖਤ ਦਾ ਜਥੇਦਾਰ ਬਣਾਇਆ ਜਾਵੇ, ਇਸ ਨੂੰ ਪੂਰਾ ਕਰੋ। ਕਿਉਂ ਕਰਕੇ ਤੁਸੀਂ ਨਜਾਇਜ਼ SGPC ਤੇ ਬੈਠੇ ਹੋ। ਇਹਦੀ ਮਿਆਦ 5 ਸਾਲ ਹੁੰਦੀ ਹੈ, ਪਰ 11 ਸਾਲ ਤੋਂ SGPC ਦੇ ਇਲੈਕਸ਼ਨ ਨਹੀਂ ਹੋ ਰਹੇ। ਤੁਸੀਂ ਸਾਰਿਆਂ ਨੇ ਨਜਾਇਜ਼ ਕਬਜ਼ੇ ਕੀਤੇ ਹੈ, ਹੇਰਾ ਫੇਰੀਆਂ ਹੋਈਆਂ ਬਰਗਾੜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ, ਨਾਲ ਦੇ ਪਿੰਡ 2 ਸਿੰਘ ਸ਼ਹੀਦ ਕਰਵਾਏ ਹੈ, ਸੈਣੀ ਤੋਂ ਤੇ ਰਾਮ ਰਹੀਮ ਨੂੰ, ਔਰ ਕੋਟਕਪੂਰੇ ਤੁਸੀਂ ਗੋਲੀਆਂ ਤੇ ਲਾਠੀ ਚਾਰਜ ਕਰਾਏ ਹੈ। ਉੱਥੇ ਬੈਠੇ ਸਿੱਖਾਂ ਨੂੰ 328 ਸਰੂਪ ਮਹਾਰਾਜ ਦੇ ਤੁਸੀਂ ਪਤਾ ਨਹੀਂ ਚਰਵਾ ਦਿੱਤੇ ਹੈ ਜਾਂ ਨਿਰੰਕਾਰੀਆਂ ਨੂੰ ਦੇ ਦਿੱਤੇ ਹੈ, ਜਾਂ ਤੁਸੀਂ ਨਾਗਪੁਰ RSS ਨੂੰ ਦੇਤੇ ਹੈ। ਇਹ ਸਿੱਖ ਕੌਮ ਤੋਂ ਸਫਾਈ ਚਾਹੁੰਦੀ ਹੈ ਕਿ ਕਿੱਥੇ ਨੇ ਸਾਰੇ ਸਰੂਪ। ਜਿਹੜਾ ਕੰਮ ਆਰੰਭ ਕਰੀਏ ਧਾਮੀ ਸਾਹਿਬ, ਬਾਦਲ ਸਾਹਿਬ, ਉਸ ਨੂੰ ਸਮਾਪਤ ਕਰਨਾ ਪੈਂਦਾ। ਅੱਜ ਕੌਮ ਨੇ ਕਹਿਤਾ ਕਿ ਭੁੱਲਰ SCPC ਦਾ ਪ੍ਰਧਾਨ ਬਣੇ, ਹਵਾੜਾ ਅਕਾਲ ਤਖਤ ਦਾ ਪ੍ਰਧਾਨ ਬਣੇ, ਲੋਹਾਰੀਆ ਸਾਹਿਬ ਦਮਦਮੀ ਸਾਹਿਬ ਦਾ ਜਥੇਦਾਰ ਬਣੇ, ਟਕਸਾਲ ਦਾ ਜਥੇਦਾਰ ਬਣੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ D5 ਚੈਨਲ ਪੰਜਾਬੀ। ਖਬਰ ਸੰਗਰੂਰ ਤੋਂ ਆ ਰਹੀ ਹੈ। ਸੰਗਰੂਰ ਜਿਮਨੀ ਚੋਣ ਲਈ ਸਿਆਸੀ ਅਖਾੜਾ ਖੂਬ ਭਖਿਆ ਹੋਇਆ, ਜਿਸ ਤੋਂ ਬਾਅਦ ਅੱਜ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਹੈ, ਜਿਸ ਨੂੰ ਲੈ ਕੇ ਸੁਨੀਲ ਜਾਖੜ ਉੱਥੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਕੇਵਲ ਢਿੱਲੋਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਬੀਜੇਪੀ ਪਾਰਟੀ ਦੇ ਵੱਲੋਂ ਸੰਗਰੂਰ ਲੋਕ ਸਭਾ ਚੋਣਾਂ ਦੇ ਵਿੱਚ ਕੇਵਲ ਢਿੱਲੋਂ ਦੇ ਨੋਮੀਨੇਸ਼ਨ ਫਾਈਲ ਕਰਵਾਉਣ ਦੇ ਲਈ ਸੁਨੀਲ ਜਾਖੜ ਅਤੇ ਰਾਣਾ ਸੋਢੀ ਪਹੁੰਚੇ। ਇਸ ਮੌਕੇ ਸੁਨੀਲ ਜਾਖੜ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੌਜੂਦਾ ਸਰਕਾਰ ਤੇ ਵੀ ਵੱਡੇ ਸਵਾਲ ਖੜੇ ਕੀਤੇ। ਪਾਰਟੀਆਂ ਦਾ ਭਵਿੱਖ ਤਾਂ ਮੈਂ ਸਮਝਦਾ ਵੀ ਹੁਣੇ 3 ਮਹੀਨੇ ਪਹਿਲੇ ਪੰਜਾਬ ਦੇ ਲੋਕਾਂ ਨੇ ਇੱਕ ਫੈਸਲਾ ਸੁਣਾਇਆ ਸੀਗਾ। ਇੰਨੇ ਕਹੂੰਗਾ ਵੀ ਉਸ ਫੈਸਲੇ ਦੇ ਉੱਤੇ ਜਿਵੇਂ ਜੱਜਮੈਂਟ ਕੋਈ ਰਿਵਿਊ ਕਰ ਦਿੰਦੇ ਨੇ ਵੀ ਸਾਨੂੰ ਆ ਤੁਹਾਡਾ ਫੈਸਲਾ, ਉਹਨਾਂ ਨੂੰ ਰਿਵਿਊ ਕਰਨ ਦਾ ਮੌਕਾ ਮਿਲ ਗਿਆ। ਨਜ਼ਰਸਾਨੀ ਲੋਕਾਂ ਨੂੰ ਦੁਬਾਰਾ ਇੱਕ ਮੌਕਾ ਮਿਲ ਗਿਆ 3 ਮਹੀਨੇ ਦੇ ਅੰਦਰ ਵੀ ਕੀ ਪੰਜਾਬ ਨੇ ਆਹ ਹੀ ਬਦਲਾਅ ਚਾਹਿਆ ਸੀ ਜਿਹੜਾ 3 ਮਹੀਨੇ ਅਸੀਂ ਦੇਖਿਆ। ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਜਿੱਥੇ ਕਬੱਡੀ ਪਲੇਅਰ ਮਾਰੇ ਜਾ ਰਹੇ, ਜਿੱਥੇ ਬੱਸਾਂ ਕੋਲ ਲੁੱਟੀਆਂ ਜਾ ਰਹੀਆਂ, ਅੰਮ੍ਰਿਤਸਰ ਸ਼ਹਿਰ ਵਰਗੇ ਪਾਵਨ ਸ਼ਹਿਰ ਦੇ ਅੰਦਰ ਜਿਸ ਤਰ੍ਹਾਂ ਘਟਨਾ ਵਾਪਰੀ, ਐਵਰੀ ਡੇ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕਿ ਆਹ ਬਦਲਾਅ ਚਾਹਿਆ ਸੀਗਾ, ਉਹ ਲੋਕਾਂ ਨੂੰ ਮੌਕਾ ਮਿਲ ਗਿਆ। ਮੈਂ ਸਮਝਦਾ ਇਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ, ਜਿਸ ਤਰ੍ਹਾਂ ਕਾਂਗਰਸ ਪਾਰਟੀ ਵੀ ਹੈ ਜਾਂ ਉਹਨਾਂ ਦਾ ਬਿਆਨ ਆਇਆਗਾ ਰਾਜਾ ਵੜਿੰਗ ਦਾ ਵੀ ਫਾਇਦਾ ਲੈ ਕੇ ਚਲੇ ਗਏ, ਸਾਰੇ ਛੱਡ ਕੇ ਹੁਣ ਨਵਿਆਂ ਨੂੰ ਮੌਕਾ ਮਿਲੇਗਾ, ਤੇ ਬੀਜੇਪੀ ਵੀ ਸਾਰੇ ਕਾਂਗਰਸੀ ਲੀਡਰ ਆ ਰਹੇ ਨੇ, ਉਹ ਉਹਨਾਂ ਦੀ ਸੋਚ ਹੈ। ਸਾਹਿਬ ਮੈਂ ਕੀ ਕਹਿ ਸਕਦਾ ਕਿਹਨੂੰ ਮੌਕਾ ਮਿਲਿਆ ਕਿ ਨਹੀਂ ਮਿਲਿਆ, ਪਰ ਮੈਂ ਸਮਝਦਾ ਵੀ ਜਿਨ੍ਹਾਂ ਨੂੰ ਜੋ ਮੌਕਾ ਮਿਲਿਆ ਕਾਂਗਰਸ ਨੂੰ ਉਸ ਮੌਕੇ ਦਾ ਰੋਲ ਤਾਂ ਨਿਭਾਉਣਾ। ਆਪੋਜੀਸ਼ਨ ਦਾ ਰੋਲ ਹੈ ਉਹਨਾਂ ਕੋਲ, ਆਪੋਜੀਸ਼ਨ ਦੇ ਮੇਨ ਪਾਰਟੀ ਹੈ, ਤੇ ਉਹ ਆਪੋਜੀਸ਼ਨ ਦਾ ਰੋਲ ਨਿਭਾਉਣ। ਇੱਕ ਉਹ ਆਪਣੇ ਮੂੰਹੋਂ ਪੰਜਾਬ ਦੇ ਉੱਤੇ ਸੈਂਟਰਲ ਰੂਲ ਲਗਵਾਉਣ ਦੀ ਗੱਲ ਕਰ ਰਹੀ ਹੈ। ਮੈਂ ਦੇਖ ਕੇ ਹੈਰਾਨ ਹਾਂ ਵੀ ਅਕਾਲੀ ਦਲ ਵੀ ਤੇ ਕਾਂਗਰਸ ਵੀ ਦੋਨੋਂ ਕਹਿ ਰਹੀਆਂ ਵੀ ਸੈਂਟਰਲ ਰੂਲ ਲਾ ਦਿਓ ਜੀ, ਇੱਥੇ ਇਸ ਤਰ੍ਹਾਂ ਦੇ ਕਤਲ ਹੋ ਰਹੇ। ਸੋ ਭੁੱਲ ਰਹੇ ਹੈ ਸਾਹਿਬ ਵੀ ਆਹ ਜਿਹੜਾ ਹੈ ਸਟੇਟ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ, ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਹੈ, ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਹੈ। ਪੰਜਾਬ ਦਾ ਕੱਲ੍ਹ ਤਾਈਂ ਦਾ ਜਦੋਂ ਤਾਈਂ ਮੈਂ ਕਾਂਗਰਸ 'ਚ ਇੱਥੇ ਆਇਆ ਕਹਿੰਦੇ ਸੀ ਵੀ ਕੇਂਦਰ ਦਾ ਦਖਲ ਸਾਡੇ ਹੋ ਰਿਹਾ, ਆਹ ਚੱਲ ਕੇ ਕਹਿ ਰਹੇ ਵੀ ਅਸੀਂ ਦਖਲ ਕਰਾਓ ਜੀ। ਬਿਲਕੁਲ ਨਹੀਂ ਸਾਹਿਬ। ਜਿਹੜੇ ਮੂਸੇਵਾਲਾ ਜੀ ਦੇ ਉਹਨਾਂ ਨੇ ਪਰਿਵਾਰ ਨੇ ਜਿਹੜਾ ਅਮਿਤ ਸ਼ਾਹ ਜੀ ਨੂੰ ਕਿਹਾ, ਈਵਨ NIA ਜਾਂ CBI ਦੀ ਇਨਕੁਆਇਰੀ ਮੰਗੀ ਹੈ, ਇਟਸ ਅ ਡਿਊ ਪ੍ਰੋਸੈਸ ਆਫ ਲਾਅ। ਉਹਨਾਂ ਨੇ ਚੀਫ ਮਿਨਿਸਟਰ ਨੂੰ ਰਿਕਮੈਂਡ ਕਰਨਾ, ਚੀਫ ਮਿਨਿਸਟਰ ਲਿਖ ਕੇ ਭੇਜੇ, ਭਗਵੰਤ ਮਾਨ ਜੀ ਲਿਖ ਦੇਣ ਸਵੇਰੇ ਵੀ ਮੇਰੇ ਕਹਿਣ ਨਾਲ ਤਾਂ ਹਾਈ ਕੋਰਟ ਨੇ ਜੱਜ ਵੀ ਨਹੀਂ ਦਿੱਤਾ। ਜੱਜ ਦੀ ਮੰਗ ਕੀਤੀ ਸੀ ਉਹਨਾਂ ਨੇ ਵੀ ਸਾਨੂੰ ਸਿਟਿੰਗ ਜੱਜ ਦਿਓ, ਨਹੀਂ ਉਹਨਾਂ ਨੇ ਰਿਜੈਕਟ ਕਰਤੀ ਹੈ। ਅਸੀਂ ਨਹੀਂ, ਲੋਕਾਂ ਦਾ ਭਰੋਸਾ ਸਾਡੇ ਸਰਕਾਰ 'ਚ ਰਿਹਾ, ਉਹ ਭੇਜ ਦੇਣ ਸਵੇਰੇ ਇਨਕੁਆਇਰੀ ਹੋ ਜੂਗੀ।
ਕੋਈ ਲੋੜ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਬਿਲਕੁਲ ਕੋਈ ਮਨਾਹੀ ਨਹੀਂ। ਅਮਿਤ ਸ਼ਾਹ ਜੀ ਬਿਲਕੁਲ ਕਲੀਅਰ ਕਰਕੇ ਗਏ ਹੈ ਵੀ ਜੋ ਕੋਈ ਵੀ ਹਰ ਸੰਭਵ ਸਹਾਇਤਾ ਕਰ ਸਕਦੇ ਹਾਂ, ਪਰ ਬਿਨਾਂ ਸੋਚੇ ਸਮਝੇ ਕੋਈ ਅਗਰ ਬਿਆਨ ਦਿੰਦੇ ਇਸ ਕਿਸਮ ਦੇ ਲੀਡਰ ਜਿਨ੍ਹਾਂ ਨੂੰ ਹੁਣ ਲੀਡਰ ਆਫ ਆਪੋਜੀਸ਼ਨ ਬਣਾ ਰੱਖਿਆ ਹੈ ਜਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬ ਹੈ, ਉਹ ਸਾਰੇ ਸੋਚ ਸਮਝ ਕੇ ਬਿਆਨ ਦੇਣ। ਐਵੇਂ ਨਾ ਸਿਰਫ ਰਾਜਨੀਤੀਆਂ ਰੋਟੀਆਂ ਸੇਕਣ ਵਾਸਤੇ। ਪੰਜਾਬ ਨੇ ਬਹੁਤ ਮਾੜਾ ਸਮਾਂ ਦੇਖਿਆ, ਇਹਨਾਂ ਗੱਲਾਂ ਦਾ ਬਹੁਤ ਡੂੰਘੇ ਪ੍ਰਭਾਵ ਪੈਂਦੇ। ਤੁਹਾਨੂੰ ਕੀ ਲੱਗਦਾ ਕਾਂਗਰਸ ਮੁਕਤ ਭਾਰਤ ਜੋ ਬੀਜੇਪੀ ਲੈ ਕੇ ਚੱਲੀ ਸੀਗੀ, ਕਿੱਥੇ ਕਮੀ ਨਜ਼ਰ ਆਉਂਦੀ ਹੈ ਕਿ ਸਾਰੇ ਲੀਡਰ ਬੀਜੇਪੀ ਕਰਨੀ ਜਾ ਰਹੇ ਨੇ, ਜਿੰਨੇ ਵੀ ਵੱਡੇ ਲੀਡਰ ਨੇ? ਉਹ ਹੁਣ ਮੈਂ ਅੱਜ ਕਿਉਂਕਿ ਪਾਰਟੀ ਛੱਡ ਕੇ ਆਇਆ, ਅੱਜ ਮੈਂ ਜੋ ਕੁਝ ਮੈਂ ਕਹਿਣਾ ਸੀ ਛੱਡਣ ਤੋਂ ਪਹਿਲਾਂ ਕਹਿਤਾ ਸੀਗਾ, ਤੇ ਅੱਜ ਉਹ ਦੇਖਣ ਆਪਣੀ ਚਿਹਰਾ ਵੀ ਕਿਤੇ ਨਾ ਕਿਤੇ ਕਮੀ ਹੈ ਸਟੇਟ ਦੀ ਲੀਡਰਸ਼ਿਪ ਜਾਂ ਸੈਂਟਰ ਦੀ। ਦੀਵਾਰ ਤੇ ਲਿਖਿਆ ਪੜਨ ਕੀ ਲਿਖਿਆ। ਸੰਗਰੂਰ ਤੋਂ ਇਕਬਾਲ ਸਿੰਘ ਘੁੰਮਣ ਦੀ ਰਿਪੋਰਟ D5 ਚੈਨਲ ਪੰਜਾਬੀ। ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਕਾਂਗਰਸੀ ਆਗੂ ਦਲਵੀਰ ਗੋਲਡੀ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ, ਜਿਸ ਦੌਰਾਨ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਰਹੇ। ਸਾਡੇ ਪੱਤਰਕਾਰ ਨਾਲ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਹੈ, ਦੇਖੋ ਇਹ ਖਾਸ ਰਿਪੋਰਟ। ਰੰਧਾਵਾ ਸਾਹਿਬ, ਤੁਸੀਂ ਗ੍ਰਹਿ ਮੰਤਰੀ ਰਹਿ ਚੁੱਕੇ ਹੋ, ਕਿਵੇਂ ਦਾ ਦੇਖਦੇ ਹੋ ਜਿਹੜੇ ਸਿਕਿਉਰਟੀਆਂ ਵਾਪਸ ਹੁੰਦੇ ਨੇ ਉਹਨੂੰ ਗਾਇਆ ਜਾਂਦਾ, ਕਿੱਦਾਂ ਦਾ ਇਹ ਰੂਲ? ਦੇਖੋ, ਮੇਰੇ ਟਾਈਮ ਤੇ ਵੀ ਜਦੋਂ ਮੈਂ ਹੋਮ ਮਿਨਿਸਟਰ ਸੀਗਾ ਤੇ ਮੇਰੇ ਟਾਈਮ ਤੇ ਵੀ ਸਿਕਿਉਰਿਟੀ ਵਿਡਰਾ ਕੀਤੀ, ਪਰ ਡਿਸਕਲੋਜ਼ ਨਹੀਂ ਕੀਤੀ ਗਈ। ਜਿਹੜਾ ਸਿੱਧੂ ਮੂਸੇਵਾਲੇ ਦਾ ਆਫੀਸ਼ੀਅਲ ਕੋਈ ਇਹਨਾਂ ਆਯੂਸ਼ੀ ਕਿ ਕੌਣ ਹੈ ਕਿ ਇਹਨਾਂ ਦੀ ਕੋਈ ਟਵਿੱਟਰ ਨੂੰ ਜਿਹੜੀ ਜਾਂ ਉਹਨੂੰ ਪੇਜ ਨੂੰ ਕੰਟਰੋਲ ਕਰਦੀ ਹੈ, ਉਹਦੇ ਵੱਲੋਂ ਆਫੀਸ਼ੀਅਲ ਪੇਜ ਤੇ ਪਾਉਣਾ ਕਿ ਮੂਸੇਵਾਲਾ ਜਥੇਦਾਰ ਅਕਾਲ ਤਖਤ ਔਰ ਰਾਧਾ ਸੁਆਮੀ ਹੈੱਡ ਦੀ ਸਿਕਿਉਰਿਟੀ ਵਿਡਰਾ ਕਰ ਲਈ ਤੇ ਨੈਕਸਟ ਡੇ ਇਹਦਾ ਮਰਡਰ ਹੋਣਾ ਬੜੀ ਸਿਚੁਏਸ਼ਨ ਜਿਹੜੀ ਇਹਨੂੰ ਵੇਖਣ ਵਾਲੀ ਗੱਲ ਹੈ। ਮੇਰਾ ਖਿਆਲ ਕਿ ਨਾਨ ਸੀਰੀਅਸ ਜਿਹੜੇ ਆਦਮੀ ਹੁੰਦੇ ਜਿਨ੍ਹਾਂ ਨੇ ਕਦੀ ਇਹੋ ਜਿਹੀ ਚੀਜ਼ ਨਾ ਦੇਖੀ ਤੇ ਬੱਲੇ ਬੱਲੇ ਚੀਜ਼ ਮਾਰਕੀਟਿੰਗ ਲਈ ਆਪਣਾ ਇੱਕ ਨੌਜਵਾਨ ਗਵਾ ਦਿੱਤਾ, ਤੇ ਜੇ ਮੇਰਾ ਖਿਆਲ ਕਿ ਨਾ ਇਹ ਸਟੇਟਮੈਂਟ ਦਿੱਤੀ ਜਾਂਦੀ ਕਿ ਉਹਦੀ ਸਿਕਿਉਰਿਟੀ। ਰੰਧਾਵਾ ਸਾਹਿਬ, ਇੱਕ ਪਾਸੇ ਭਗਵੰਤ ਮਾਨ ਕਹਿ ਰਿਹਾ ਵੀ ਮੈਂ ਜਿਹੜਾ ਕਰਜ਼ਾ ਚੜਿਆ ਉਹਦੀ ਇਨਕੁਆਇਰੀ ਕਰਾਊਂਗਾ, ਦੂਜੇ ਪਾਸੇ 10,000 ਕਰੋੜ ਕਰਜ਼ਾ ਫੇਰ ਲੈ ਲਿਆ। ਮੇਰੀ ਗੱਲ ਸੁਣੋ, ਜਦੋਂ ਥੋੜ੍ਹੀ ਜਿਹੀ ਘੱਟ ਨੌਲੇਜ ਹੋਵੇ ਤੇ ਉਹ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ। ਕਦੀ ਸਰਕਾਰਾਂ ਦੇ ਕਰਜ਼ੇ ਜਿਹੜੀ ਇਨਕੁਆਇਰੀ ਕਰਨੀ, ਤੇ ਮੇਰਾ ਖਿਆਲ ਕਿ ਉਹਨਾਂ ਨੂੰ ਪਹਿਲਾਂ ਨਾ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਜਾਂ ਉਹਨਾਂ ਦੇ ਆਫੀਸਰ ਉਹਨਾਂ ਨੂੰ ਦੱਸ ਦਿਆ ਕਰਨ ਕਿ ਇਹ ਕੋਈ ਮੰਤਰੀ ਕਰਜ਼ਾ ਨਹੀਂ ਲੈਂਦਾ, ਇਹ ਗਵਰਨਮੈਂਟ ਲੈਂਦੀ ਆ, ਔਰ ਗਵਰਨਮੈਂਟ RBI ਕੋਲੋਂ ਪਹਿਲਾਂ ਪਰਮਿਸ਼ਨ ਲੈ ਕੇ, ਗਵਰਨਮੈਂਟ ਆਫ ਇੰਡੀਆ ਕੋਲੋਂ ਪਰਮਿਸ਼ਨ ਲੈ ਕੇ ਫਿਰ ਕਰਜ਼ੇ ਲਏ ਜਾਂਦੇ ਆ। ਇਹਨਾਂ ਵਾਂਗੂ ਨਹੀਂ ਕਿ ਇਹ ਕੋਈ ਨੋਟੰਕੀ ਕੰਪਨੀ ਨਹੀਂ ਖੋਲ੍ਹਣੀ। ਕਿਵੇਂ ਦੇਖ ਲਿਓ ਵੀ ਭਗਵੰਤ ਮਾਨ ਸਾਹਿਬ ਸਰਕਾਰ ਚਲਾ ਰਹੇ ਨੇ ਜਾਂ ਕਠਪੁਤਲੀ ਸਰਕਾਰ? ਦੇਖੋ, ਜੇ ਮੂਸੇਵਾਲੇ ਦੇ ਅਫਸੋਸ ਕਰਨ ਲਈ ਆਉਣਾ ਤੇ ਉਹ ਪਹਿਲਾਂ ਦਿੱਲੀੋਂ ਪਰਮਿਸ਼ਨ ਲੈ ਕੇ ਆਉਣਾ, ਤੇ ਜੇ ਕਿਸਾਨਾਂ ਨੂੰ ਮਿਲਣਾ ਤੇ ਉਹ ਵੀ ਦਿੱਲੀੋਂ ਪਰਮਿਸ਼ਨ ਲੈਣੀ। ਮੇਰਾ ਖਿਆਲ ਕਿ ਭਗਵੰਤ ਮਾਨ ਆਪਣਾ ਇੰਡੀਪੈਂਡੈਂਟਲੀ ਕੋਈ ਵੀ ਡਿਸੀਜਨ ਨਹੀਂ ਲੈ ਸਕਦਾ। ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਨੇ ਗੋਲਡੀ ਜੀ। ਹਾਂਜੀ ਬਾਈ ਜੀ, ਵਧਾਈਆਂ ਪਹਿਲਾਂ ਤੁਹਾਨੂੰ ਬਹੁਤ ਬਹੁਤ। ਤੁਹਾਡੇ ਭਰਾਵਾਂ ਦਾ ਧੰਨਵਾਦ ਜੀ, ਸਾਰਿਆਂ ਦਾ, ਤੇ ਪਾਰਟੀ ਹਾਈ ਕਮਾਨ ਦਾ, ਉਸ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਮੌਕਾ ਬਖਸ਼ਿਆ। ਇੱਕ ਆਮ ਸਧਾਰਨ ਪਰਿਵਾਰ ਦੇ ਮੁੰਡੇ ਨੂੰ ਟਿਕਟ ਮਿਲੀ ਆ ਬਾਈ ਜੀ। ਜਿਸ ਲੋਕਾਂ ਦੇ ਮੁੱਦੇ ਲੋਕ ਸਭਾ ਦੇ ਵਿੱਚ ਚੱਕਣੇ ਨੇ, ਤਾਂ ਮੈਨੂੰ ਲੱਗਦਾ ਕਿ ਇਸ ਛੋਟੇ ਭਰਾ ਦਾ ਸਾਥ ਦੇਣਾ ਚਾਹੀਦਾ ਲੋਕਾਂ ਨੂੰ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੁੜੀ ਹੋਈ, ਜਿਸ ਦੇ ਵਿੱਚ 10 ਸ਼ਾਰਪ ਸ਼ੂਟਰਾਂ ਦੀ ਪਹਿਚਾਣ ਹੋ ਗਈ ਹੈ, ਜਿਨ੍ਹਾਂ ਦੀ ਹੁਣ ਭਾਲ ਦੇ ਲਈ ਛਾਪੇਮਾਰੀ ਵੀ ਲਗਾਤਾਰ ਕੀਤੀ ਜਾਵੇਗੀ ਅਤੇ ਇਹਨਾਂ ਦੀਆਂ ਤਸਵੀਰਾਂ ਵੀ ਜਨਤਕ ਹੋ ਚੁੱਕੀਆਂ ਨੇ। ਪੰਜਾਬੀ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਕਤਲकांड ਨਾਲ ਜੁੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਇਸ ਕਤਲकांड ਦੇ ਵਿੱਚ 10 ਸ਼ਾਰਪ ਸ਼ੂਟਰਾਂ ਦੀ ਪਹਿਚਾਣ ਕੀਤੀ ਗਈ ਹੈ। ਸਾਰੇ ਸ਼ਾਰਪ ਸ਼ੂਟਰ ਲਾਰੈਂਸ ਗੈਂਗ ਦੇ ਨੇ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਇਹ ਸ਼ੂਟਰ ਦੱਸੇ ਜਾ ਰਹੇ ਨੇ। ਪੰਜਾਬ ਦੇ ਪੱਟੀ, ਹਰਿਆਣਾ ਦੇ ਫਤਿਆਬਾਦ ਅਤੇ ਸੋਨੀਪਤ ਸਮੇਤ ਹੋਰ ਸੂਬਿਆਂ ਦੇ ਇਹ ਸ਼ੂਟਰ ਨੇ। ਪੰਜਾਬ ਪੁਲਿਸ ਦੇ ਨਾਲ ਦਿੱਲੀ, ਹਰਿਆਣਾ ਅਤੇ ਰਾਜਸਥਾਨ ਪੁਲਿਸ ਵੀ 8 ਸ਼ੂਟਰਾਂ ਦੀ ਭਾਲ ਕਰ ਰਹੀ ਹੈ, ਜਿਸ ਤੇ ਪੁਲਿਸ ਨੂੰ ਸ਼ੱਕ ਹੈ ਅਤੇ ਪੁਲਿਸ ਨੂੰ ਕਾਫੀ ਲੀਡ ਹੈ। ਇਨ੍ਹਾਂ 'ਚ ਇੱਕ ਰਾਜਸਥਾਨ ਦਾ ਵੀ ਦੱਸਿਆ ਜਾ ਰਿਹਾ ਹੈ,
ਜਦਕਿ ਪੁਲਿਸ ਪੰਜਾਬ ਦੀ ਪੱਟੀ ਤੋਂ 2 ਸ਼ੱਕੀ ਸ਼ੂਟਰਾਂ ਦੀ ਭਾਲ ਕਰ ਰਹੀ ਹੈ। ਫਤਿਆਬਾਦ ਸੋਨੀਪਤ ਤੋਂ 2 ਨਿਸ਼ਾਨੇਬਾਜ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਦੂਜੇ ਰਾਜਾਂ ਤੋਂ ਆਏ ਸ਼ੂਟਰਾਂ ਦੀ ਵੀ ਭਾਲ ਵਿੱਚ ਲੱਗੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ 10 ਨਿਸ਼ਾਨੇਬਾਜ਼ਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜੋ ਕਿ ਫਿਲਹਾਲ ਫਰਾਰ ਨੇ। ਇਹ ਸਾਰੇ ਸ਼ੂਟਰ ਲਾਰੈਂਸ ਗੈਂਗ ਨਾਲ ਸੰਬੰਧਿਤ ਨੇ। ਇਸ ਤੋਂ ਪਹਿਲਾਂ ਫਤਿਆਬਾਦ 'ਚ ਇੱਕ ਵਾਰ ਫਿਰ ਪੰਜਾਬ ਦੀ ਮੋਗਾ ਪੁਲਿਸ ਨੇ ਪਿੰਡ ਮੂਸੀਵਾਲਾ 'ਚ ਦਸਤਕ ਦੇ ਕੇ ਦਵਿੰਦਰ ਉਰਫ ਕਾਲਾ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਦਵਿੰਦਰ ਖਿਲਾਫ ਫਤਿਆਬਾਦ ਸਦਰ ਥਾਣੇ 'ਚ 6 NDPS ਮਾਮਲੇ ਦਰਜ ਨੇ ਅਤੇ ਪੰਜਾਬ 'ਚ ਦਵਿੰਦਰ ਖਿਲਾਫ 2 ਕਿਲੋ ਅਫੀਮ ਦਾ ਮਾਮਲਾ ਵੀ ਦਰਜ ਹੈ। 16 ਤੇ 17 ਮਈ ਨੂੰ ਫਤਿਆਬਾਦ ਦੇ ਪਿੰਡ ਮੂਸੀਵਾਲੇ ਦੇ ਰਹਿਣ ਵਾਲੇ ਕੇਸ਼ਵ ਅਤੇ ਚਰਨਜੀਤ ਸਿੰਘ ਨਾਂ ਦੇ 2 ਵਿਅਕਤੀ ਦਵਿੰਦਰ ਸਿੰਘ ਕੋਲ ਆਏ ਸਨ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੱਖਾ ਸਿਧਾਂਤ ਦੇ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਗੈਂਗਸਟਰਾਂ ਦਾ ਹੱਥ ਨਹੀਂ ਹੈ ਸਗੋਂ ਇਸ ਦੇ ਪਿੱਛੇ ਏਜੰਸੀਆਂ ਦਾ ਹੱਥ ਹੈ। ਹੋਰ ਕੀ ਕੁਝ ਕਿਹਾ ਲੱਖਾ ਸਿਧਾਣਾ ਨੇ, ਦੇਖੋ ਇਹ ਖਾਸ ਰਿਪੋਰਟ। ਕਲਾਕਾਰ ਦਾ ਹਾਲ ਜਾਣਨ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ ਲੱਖਾ ਸਿਧਾਣਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਬਿਆਨ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਗੈਂਗਸਟਰਾਂ ਨੇ ਨਹੀਂ ਕੀਤਾ, ਇਸ ਦੇ ਪਿੱਛੇ ਜ਼ਰੂਰ ਏਜੰਸੀਆਂ ਦਾ ਹੱਥ ਹੈ। ਕਿ ਸਿੱਧੂ ਮੂਸੇਵਾਲੇ ਦਾ ਕਤਲ ਕਿਸੇ ਗੈਂਗਸਟਰਾਂ ਨੇ ਕੀਤਾ, ਮੈਂ ਨਹੀਂ ਮੰਨਦਾ ਇਹ ਗੱਲ। ਇਹਦੇ ਪਿੱਛੇ ਵੀ ਏਜੰਸੀਆਂ ਦਾ ਹੱਥ ਆ। ਸਿਰਫ ਗੈਂਗਸਟਰਾਂ ਨੂੰ ਵਰਤਿਆ ਜਾ ਰਿਹਾ, ਉਹਨਾਂ ਦਾ ਨਾਮ ਵਰਤਿਆ ਜਾ ਰਿਹਾ, ਸਾਰੀ ਕਹਾਣੀ ਉਹਨਾਂ ਦੇ ਸਿਰ ਤੇ ਮੜੀ ਜਾ ਰਹੀ ਹੈ। ਹੁਣ ਤੁਸੀਂ ਇਹ ਦੇਖੋ, ਦਿੱਲੀ ਪੁਲਿਸ ਰਿਮਾਂਡ ਲੈ ਕੇ ਜਾਂਦੀ ਹੈ, ਸੋਚਣ ਵਾਲੀ ਗੱਲ ਹੈ। ਦਿੱਲੀ ਪੁਲਿਸ ਰਿਮਾਂਡ ਲੈ ਜਾਂਦੀ ਹੈ, ਕਤਲ ਪੰਜਾਬ 'ਚ ਹੁੰਦਾ, ਪੁਲਿਸ ਦਿੱਲੀ ਦੀ ਰਿਮਾਂਡ ਲੈ ਜਾਂਦੀ ਹੈ। ਕਿਉਂ? ਜਦੋਂ ਕਿ ਜੇ ਕਿਸੇ ਬੰਦੇ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਉਹਨੂੰ ਮਾਰਿਆ ਜਾਂ ਮਰਵਾਇਆ ਤੇ ਉਹਦਾ ਰਿਮਾਂਡ ਪੰਜਾਬ ਕੋਲੇ ਆਉਣਾ ਚਾਹੀਦਾ, ਪੰਜਾਬ ਪੁਲਿਸ ਲੈ ਕੇ ਆਉਂਦੀ। ਪਰ ਦਿੱਲੀ ਪੁਲਿਸ ਰਿਮਾਂਡ ਲਿਜਾ ਕੇ ਕਿਸੇ ਪੁਰਾਣੇ ਕੋਈ ਮੁਕੱਦਮੇ 'ਚ ਵੀ ਇਹਨੇ ਜੀ ਕਿਸੇ ਨੂੰ ਪਿਸਤੌਲ ਦਵਾਇਆ ਸੀ, ਉਸ ਮੁਕੱਦਮੇ 'ਚ ਰਿਮਾਂਡ ਲਿਜਾ ਕੇ ਉਹਦਾ ਅੱਜ ਰਿਮਾਂਡ ਦਾ ਹੋਰ ਵਧਾਤਾ ਜੀ। ਕਹਿੰਦੇ ਇਹਦਾ ਪੁੱਛਗਿੱਛ ਹੋ ਰਹੀ ਹੈ। ਇੱਕ ਦਿਨ ਅਖਬਾਰ 'ਚ ਖਬਰ ਆ ਜਾਂਦੀ ਹੈ ਕਿ ਉਹਨੇ ਕਬੂਲ ਕਰ ਲਿਆ ਲਾਰੈਂਸ ਨੇ ਵੀ ਅਸੀਂ ਮਾਰਿਆ ਮਰਵਾਇਆ। ਇੱਕ ਦਿਨ ਆ ਜਾਂਦਾ ਕਿ ਅਸੀਂ ਮਰਵਾਇਆ ਨਹੀਂ, ਸਾਡਾ ਕੋਈ ਹੱਥ ਨਹੀਂ। ਜਾਂ ਇਸ ਜਿਹੜੀ ਸਾਨੂੰ ਕਹਾਣੀ ਸਮਝਣੀ ਪੈਣੀ ਹੈ ਕਿ ਇਹਨੂੰ ਸਿਰਫ ਮੂਸੇਵਾਲੇ ਦੀ ਮੌਤ ਨੂੰ ਵੀ ਗੈਂਗਵਾਰ ਨਾਲ ਜੋੜ ਕੇ ਉਸੇ ਖਾਤੇ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਸਲ ਇਹ ਕਹਾਣੀ ਬਾਈ ਇਹ ਸਾਰੀ ਖੇਡ ਏਜੰਸੀਆਂ ਦੀ ਹੈ ਕਿ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੀ ਜਵਾਨੀ, ਜਿਹੜਾ ਬੰਦਾ ਇੱਥੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ, ਆਪਣੀ ਆਵਾਜ਼ ਬੁਲੰਦ ਕਰੂਗਾ, ਇਹ ਉਹਨਾਂ ਨੇ ਕੋਈ ਵੀ ਬੰਦਾ ਇੱਥੇ ਬਖਸ਼ਣਾ ਨਹੀਂ ਹੈਗਾ। ਚਾਹੇ ਉਹਨੂੰ ਮਾਰਨ, ਚਾਹੇ ਡਰਾ ਕੇ ਇੱਥੋਂ ਭਜਾਉਣ, ਚਾਹੇ ਜੇਲ੍ਹ ਸਿੱਟਣ, ਹਰ ਹਰਬਾ ਹਰ ਹੀਲਾ ਇੱਥੇ ਵਰਤਿਆ ਜਾ। ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ D5 ਚੈਨਲ ਪੰਜਾਬੀ। ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ। ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਆ, ਪਰ ਉਹਨਾਂ ਦੇ ਚਾਹਣ ਵਾਲੇ ਲਗਾਤਾਰ ਉਹਨਾਂ ਦੀ ਯਾਦ ਦੇ ਵਿੱਚ ਅਤੇ ਉਹਨੂੰ ਸ਼ਰਧਾਂਜਲੀ ਆਪੋ ਆਪਣੇ ਤਰੀਕੇ ਦੇ ਨਾਲ ਦਿੱਤੀ ਜਾ ਰਹੀ ਹੈ। ਉੱਥੇ ਜੇਕਰ ਗੱਲ ਕੀਤੀ ਜਾਵੇ, ਟੈਟੂਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਅਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਆਪਣੀਆਂ ਬਾਹਾਂ ਤੇ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਟੈਟੂ ਬਣਵਾਏ ਜਾ ਰਹੇ ਨੇ। ਬੇਸ਼ੱਕ ਮਰਹੂਮ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, ਪਰ ਉਹਨਾਂ ਦੇ ਚਾਹਣ ਵਾਲੇ ਅੱਜ ਵੀ ਸਿੱਧੂ ਮੂਸੇਵਾਲਾ ਉਹਨਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਹੈ, ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਲਗਾਤਾਰ ਦੇਖਿਆ ਜਾ ਰਿਹਾ ਕਿ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਟੈਟੂ ਬਣਵਾਏ ਜਾ ਰਹੇ ਨੇ ਅਤੇ ਟੈਟੂ ਬਣਵਾਉਣ ਦੇ ਵਾਸਤੇ ਨੌਜਵਾਨਾਂ ਦਾ ਜਮਾਂਦੜਾ ਲੱਗਣਾ ਸ਼ੁਰੂ ਹੋ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਟੈਟੂ ਸਹਾਰੇ ਸਿੱਧੂ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਯਾਦ ਰਹੇਗਾ। ਅਸੀਂ ਅੱਜ ਸਿੱਧੂ ਮੂਸੇਵਾਲੇ ਬਾਈ ਦਾ ਟੈਟੂ ਬਣਵਾਉਣ ਆਏ ਹਾਂ। ਠੀਕ ਹੈ, ਸਿੱਧੂ ਮੂਸੇਵਾਲਾ ਬਾਈ ਸਾਡੇ ਵਿੱਚ ਇਸ ਦੁਨੀਆ ਵਿੱਚ ਨਹੀਂ ਰਿਹਾ, ਲੇਕਿਨ ਸਾਡੇ ਦਿਲਾਂ ਵਿੱਚ ਹਰ ਟਾਈਮ ਜਿੰਦਾ ਰਹੂਗਾ। ਠੀਕ ਹੈ, ਮਰ ਕੇ ਵੀ ਅਮਰ ਆ। ਠੀਕ ਹੈ, ਬਾਈ ਸਾਡਾ, ਬਾਈ ਨੂੰ ਇੱਕ ਇੱਛਾ ਸੀ ਮਿਲਣ ਦੀ, ਲੇਕਿਨ ਪਰਮਾਤਮਾ ਨੇ ਉਹ ਨਹੀਂ ਚਾਹਿਆ। ਚਲੋ ਪਰਮਾਤਮਾ ਦੀ ਮਰਜ਼ੀ, ਜੋ ਉਹਨੇ ਚਾਹਿਆ। ਠੀਕ ਹੈ, ਲੇਕਿਨ ਬਾਈ ਸਾਡੇ ਦਿਲਾਂ ਵਿੱਚ ਹਰ ਟਾਈਮ ਰਹੇਗਾ। ਠੀਕ ਹੈ, ਅੱਜ ਅਸੀਂ ਇੱਥੇ ਸਿੱਧੂ ਮੂਸੇਵਾਲੇ ਬਾਈ ਦੇ ਨਾਮ ਦਾ ਟੈਟੂ ਬਣਵਾਉਣ ਆਏ ਹਾਂ। ਤੁਸੀਂ ਕੀ ਬਣਵਾਇਆ ਟੈਟੂ ਦੇ ਵਿੱਚ ਔਰ ਕੀ ਕਿੰਨਾ ਕੁ ਉਹਨਾਂ ਦੇ ਲਈ ਤੁਸੀਂ ਇੱਛੁਕ ਹੋ? ਜਿਵੇਂ ਫਿਰੋਜ਼ਪੁਰ ਦੀ ਗੱਲ ਕਰੀਏ, ਕਿੰਨਾ ਕੁ ਯੂਥ ਉਹਨਾਂ ਦੇ ਟੈਟੂ ਬਣਵਾ ਰਹੇ ਤੁਸੀਂ? ਕਿੰਨੇ ਤੁਹਾਡੇ ਫਰੈਂਡ ਸਰਕਲ ਜਾ ਰਹੇ? ਮੇਰੇ ਫਰੈਂਡ ਸਰਕਲ ਵਿੱਚ ਮੇਰੇ ਨਾਲ ਦੇ ਅਸੀਂ 6-7 ਮੁੰਡੇ ਆ, ਉਹਨਾਂ 'ਚੋਂ ਦੋ ਮੁੰਡਿਆਂ ਨੇ ਬਣਵਾਇਆ, ਮੇਰੇ ਨਾਲ ਦਿਆਂ ਨੇ। ਠੀਕ ਹੈ, ਮੈਂ ਸਿੱਧੂ ਮੂਸੇਵਾਲੇ ਦਾ ਬਾਈ ਦਾ ਨਾਮ ਅਤੇ ਉਹਨਾਂ ਦੇ ਜਨਮ ਜਿਹੜੇ ਸਾਲ 'ਚ ਹੋਇਆ ਅਤੇ ਜਿਹੜੇ ਸਾਲ 'ਚ ਸਾਡੇ ਤੋਂ ਬਾਈ ਦੂਰ ਹੋਇਆ, ਉਹ ਸਾਲ ਲਿਖਵਾਇਆ ਹੈ। ਅਸੀਂ ਸਰ ਸਿੱਧੂ ਮੂਸੇਵਾਲੇ ਦਾ ਟੈਟੂ ਬਣਵਾ ਰਹੇ ਹਾਂ। ਹਾਂਜੀ, ਕੀ ਲਿਖਵਾ ਕੀ ਰਹੇ ਹੋ ਔਰ ਕੀ ਪਿੱਛੇ ਮਨਸ਼ਾ ਹੈਗੀ ਹੈ? ਸਰ ਮਨਸ਼ਾ ਇਹੀ ਹੈ ਕਿ ਦੇਖੋ ਅਸੀਂ ਲਿਖਵਾ ਰਹੇ ਹਾਂ ਕਿ ਮੂਸੇਵਾਲਾ ਮਰ ਕੇ ਵੀ ਜੀਓ ਯਾਰ 'ਚ, ਚਲੋ ਜੋ ਅੱਜ ਉਹ ਦੁਨੀਆ 'ਤੇ ਨਹੀਂ ਰਿਹਾ,
ਠੀਕ ਹੈ ਕਿ ਅਸੀਂ ਉਹਦੇ ਫੈਨ ਆ, ਅਸੀਂ ਉਹਦਾ ਸਾਡੇ ਦਿਲ 'ਚ ਹਮੇਸ਼ਾ ਰਹੇਗਾ, ਸਾਰੀ ਉਮਰ ਹੀ ਰਹੇਗਾ। ਹਾਂਜੀ ਕਿੰਨਾ ਕੁ ਉਹਦੇ ਲਈ ਹੋਇਆ ਕਿਉਂਕਿ ਸਰ ਜੋ ਵੀ ਉਹਦੇ ਨਾਲ ਵਾਕਿਆ ਬੀਤਿਆ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ, ਬਹੁਤ ਹੀ ਜ਼ਿਆਦਾ ਅਫਸੋਸ ਵਾਲੀ ਗੱਲ ਹੈ ਕਿ ਦੇਖੋ ਕਿ ਪੰਜਾਬ ਦਾ ਇੱਕ ਗੱਭਰੂ ਨੌਜਵਾਨ ਕੱਲੀ ਮਾਂ ਦਾ ਪੁੱਤ ਕੱਲਾ ਪੁੱਤ ਮਾਪਿਆਂ ਦਾ ਮਾਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਮਾਰਿਆ ਚਲੋ ਪ੍ਰਮਾਤਮਾ ਉਹਨਾਂ ਦਾ ਵੀ ਭਲਾ ਕਰੇ, ਠੀਕ ਹੈ। ਗਾਂ ਉਹ ਵੀ ਕਿਸੇ ਮਾਂ ਦੇ ਪੁੱਤ ਨੇ ਜਿਨ੍ਹਾਂ ਨੇ ਮਾਰਿਆ, ਉਹਨਾਂ ਨੂੰ ਇਹ ਚੀਜ਼ ਸੋਚ ਲੈਣੀ ਚਾਹੀਦੀ ਕਿ ਮਾਂ ਦਾ ਕੱਲਾ ਪੁੱਤ ਹੈ, ਕੁਛ ਤਾਂ ਸੋਚ ਲੈਂਦੇ। ਅੱਜ ਉਹਨਾਂ ਦੇ ਪਰਿਵਾਰ ਬਾਰੇ ਕਿਵੇਂ ਦੇਖੋ ਸਰ ਪਰਿਵਾਰ ਬਾਰੇ ਤਾਂ ਕੀ ਕਹਿਣਾ ਚਾਹੁੰਦੇ ਕਿ ਦੇਖੋ ਪਰਿਵਾਰ ਦੀ ਤਾਂ ਬਹੁਤ ਹੀ ਇਹ ਚੀਜ਼ ਸੰਭਾਲਣੀ ਬਹੁਤ ਔਖਾ ਹੈ। ਦੇਖੋ ਜਿੰਦਾ ਪੁੱਤ ਜਾਂਦਾ ਹੈ ਪਤਾ ਉਹਨੂੰ ਹੁੰਦਾ ਜੀ, ਠੀਕ ਹੈ। ਦੇਖੋ ਇਹ ਤਾਂ ਪ੍ਰਮਾਤਮਾ ਅੱਗੇ ਹੀ ਫਰਿਆਦ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਦੇ ਘਰਦਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਕੀ ਨਾਮ ਜੀ ਤੁਹਾਡਾ? ਸਰ ਮੇਰਾ ਨਾਮ ਸੰਜੂ। ਸਿੱਧੂ ਮੂਸੇਵਾਲੇ ਦੇ ਟੈਟੂ 3 ਦਿਨਾਂ 'ਚ ਬਹੁਤ ਹੋ ਚੁੱਕੇ ਆ, 20 ਤੋਂ 30 ਟੈਟੂ ਹੋ ਚੁੱਕੇ, 20 ਤੋਂ ਜ਼ਿਆਦਾ ਹੀ ਭਾਵੇਂ ਹੋ ਗਏ ਹੁਣ, ਇਹ ਤੋਂ ਘੱਟ ਨਹੀਂ ਹੋਏ ਹੁਣ, ਠੀਕ ਆ। ਅਤੇ ਬਾਕੀ ਟੈਟੂ ਪਰ ਕਰਾਉਂਦੇ ਮੁੰਡੇ ਭਾਵੁਕ ਹੀ ਹੋ ਜਾਂਦੇ ਆ, ਠੀਕ ਆ। ਬਾਕੀ ਫਿਰ ਉਹਨਾਂ ਨੋਰਮਲ ਹੋਣ 'ਤੇ ਵੀ ਟਾਈਮ ਲੱਗਦਾ, ਇਸ ਲਈ ਆਪਣੀ ਅਪੋਇੰਟਮੈਂਟ ਅੱਗੇ ਵੀ ਜਾ ਰਹੀਆਂ। ਬਾਕੀ 10 ਤੋਂ 15 ਅਪੋਇੰਟਮੈਂਟ ਆਪਣੀਆਂ ਪਈਆਂ ਹੋਈਆਂ ਜਿਹੜੇ ਕਰਨ ਵਾਲੀਆਂ। ਜੇ ਗੱਲ ਕਰੀਏ ਯੂਥ ਕੀ ਬਣਵਾ ਕੀ ਰਿਹਾ ਔਰ ਕਿਹੜੀ ਜਗ੍ਹਾ ਤੇ ਬਣਵਾ ਰਿਹਾ? ਸਰ ਯੂਥ ਦਾ ਅਲੱਗ ਬਣਵਾ ਰਹੇ ਸਾਰੇ, ਕੋਈ ਨਾਮ ਲਿਖਾ ਰਹੇ ਉਹਨਾਂ ਦੇ, ਠੀਕ ਹੈ, ਕਈ ਡੇਟ ਆਫ ਬਰਥ ਲਿਖਾ ਰਹੇ, ਕਈ ਪੋਰਟਰੇਟ ਵੀ ਕਰਾ ਰਹੇ ਆ। ਇਹ ਆਪਦੀ ਚੁਆਇਸ, ਕਈ ਉਹਨਾਂ ਦੀ ਵਰਡਿੰਗ ਲਿਖਾ ਰਹੇ ਆ, ਠੀਕ ਹੈ। ਬਾਕੀ ਸਾਰੇ ਉਹਨਾਂ ਦੇ ਪ੍ਰਾਈਸ ਅਲੱਗ ਆ ਹਰੇਕ ਚੀਜ਼ ਦੇ, ਠੀਕ ਹੈ। ਪੋਰਟਰੇਟ ਦਾ ਅਲੱਗ ਆ, ਨਾਮ ਦਾ ਅਲੱਗ ਆ, ਵਰਡਿੰਗ ਦਾ ਅਲੱਗ ਆ, ਹਰੇਕ ਚੀਜ਼ ਦਾ ਅਲੱਗ ਆ। ਇਸ ਟਾਈਮ ਜੇ ਗੱਲ ਕਰੀਏ ਆਪਣੇ ਫਿਰੋਜ਼ਪੁਰ ਵਿੱਚ ਕਈ ਫੋਟੋਆਂ ਵੀ ਸਿੱਧੂ ਮੂਸੇਵਾਲੇ ਦੀ ਆਪਣੀ ਬਾਅਦ ਕਿਸੇ ਨੇ ਬਣਵਾਈ ਹੈ ਜਾਂ ਹਾਲੇ ਇਕੱਲੇ ਨਾਮ ਜਾਂ ਲੈਜੈਂਡ ਹੀ ਚੱਲ ਰਹੇ? ਨਾਮ ਜ਼ਿਆਦਾ ਚੱਲ ਰਹੀ, ਡੇਟ ਆਫ ਬਰਥ ਜ਼ਿਆਦਾ ਚੱਲ ਰਹੀ ਉਹਨਾਂ ਦੀ, ਪੋਰਟਰੇਟ ਕਈ ਕਰਾ ਜਾਂਦੇ ਆ, ਠੀਕ ਆ। ਜਿਨ੍ਹਾਂ ਦੀ ਚੁਆਇਸ ਹੁੰਦੀ ਉਹ ਕਰ ਦਿੰਦੇ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ D5 ਚੈਨਲ ਪੰਜਾਬੀ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਤੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਕੀਤਾ ਜਾਰੀ, ਮੁੜ ਕੀਤੀ ਮਾਡਰਨ ਹਥਿਆਰਾਂ ਦੀ ਗੱਲ। ਘੱਲੂਘਾਰਾ ਦਿਵਸ ਮੌਕੇ ਪਹੁੰਚੇ ਸਿਮਰਨਜੀਤ ਸਿੰਘ ਮਾਨ, ਹਵਾਰਾ ਨੂੰ ਬਣਾਇਆ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ, ਕਹੀ ਗੱਲ। ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਵੱਲੋਂ ਜਾਂਚ ਲਗਾਤਾਰ ਜਾਰੀ, 10 ਸ਼ਾਰਪ ਸ਼ੂਟਰਾਂ ਦੀ ਹੋਈ ਪਹਿਚਾਣ। ਅੱਜ ਦੇ ਬੁਲਟਨ ਦੇ ਵਿੱਚ ਆਨਾ ਹੀ, ਕੱਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਨਵੀਆਂ ਤੇ ਤਾਜ਼ੀਆਂ ਖਬਰਾਂ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।